हाँ जी, ਅੱਜ ਆਪਾਂ ਕਰਾਂਗੇ ਹਿਸਟਰੀ ਦੀ ਸ਼ੁਰੂਆਤ। ਇਹ ਕਲਾਸ ਉਹਨਾਂ ਬੱਚਿਆਂ ਲਈ ਹੈ ਜਿਹੜਾ ਕਿ ਕੀ ਆਪਣਾ ਹਿਸਟਰੀ ਦੀ ਤਿਆਰੀ ਕਰ ਚੁੱਕੇ ਨੇ ਤੇ ਹੁਣ ਆਪਣਾ ਕੀ ਹੈ ਰਿਵੀਜ਼ਨ ਕਰਨਾ ਚਾਹੁੰਦੇ ਨੇ। ਠੀਕ ਹੈ, ਇਹ ਕਲਾਸ ਹੀ ਬੜੀ ਜਲਦੀ ਹੋਏਗੀ ਐਜ਼ ਅ ਰਿਵੀਜ਼ਨ ਪਰਪਸ ਦੇ ਲਈ ਰੈਪਿਡ ਫਾਇਰ। ਠੀਕ ਹੈ, ਤਾਂ ਚਲੋ ਫਿਰ ਕਰਦੇ ਹਾਂ ਸ਼ੁਰੂਆਤ ਆਪਾਂ ਹਿਸਟਰੀ ਦੀ। ਹਿਸਟਰੀ ਜਿਹੜਾ ਸ਼ਬਦ ਹੈ ਇਹ ਕੀ ਹੈ, ਇੱਕ ਗ੍ਰੀਕ ਭਾਸ਼ਾ ਦਾ ਸ਼ਬਦ ਹੈ। ਕਿਹੜੇ ਸ਼ਬਦ ਤੋਂ ਮਿਲ ਕੇ ਬਣਿਆ ਇਹ? ਗ੍ਰੀਕ ਭਾਸ਼ਾ ਦਾ ਸ਼ਬਦ ਹੈ ਜਿਹਦਾ ਮਤਲਬ ਹੈ ਹਿਸਟੋਰੀਅਨ। ਠੀਕ ਹੈ, ਹਿਸਟੋਰੀਅਨ ਮਤਲਬ ਬੀਤੇ ਸਮੇਂ ਦੀਆਂ ਘਟਨਾਵਾਂ ਦੇ ਬਾਰੇ ਚ। ਹਿਸਟਰੀ ਦੇ ਵਿੱਚ ਉਹੀ ਘਟਨਾਵਾਂ ਦਾ ਜ਼ਿਕਰ ਹੋਊਗਾ ਜਿਨ੍ਹਾਂ ਦੇ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਮਹੱਤਵਪੂਰਨ ਰੋਲ ਹੈ, ਅਦਰਵਾਈਜ਼ ਇਤਿਹਾਸ ਹਰ ਕਿਸੇ ਨੂੰ ਜਗ੍ਹਾ ਨਹੀਂ ਦਿੰਦਾ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਅਸੀਂ ਫਾਦਰ ਆਫ ਹਿਸਟਰੀ ਕੌਣ ਨੇ। ਫਾਦਰ ਆਫ ਹਿਸਟਰੀ ਹੈ ਜਿਹੜਾ ਉਹ ਕੌਣ ਹੈ? ਹੈਰੋਡੋਟਸ। ਠੀਕ ਹੈ, ਹੈਰੋਡੋਟਸ ਨੂੰ ਕੀ ਹੈ ਫਾਦਰ ਆਫ ਹਿਸਟਰੀ ਕਿਹਾ ਜਾਂਦਾ ਹੈ, ਜਿਹੜਾ ਕਿ ਕੀ ਸੀਗਾ ਇੱਕ ਗ੍ਰੀਕ ਨਿਵਾਸੀ ਸੀ। ਠੀਕ ਹੈ, ਗ੍ਰੀਸ ਤੋਂ ਬਿਲੋਂਗ ਕਰਦਾ ਸੀ। ਹਿਸਟਰੀ ਨੂੰ ਪੜ੍ਹਨ ਲਈ ਅਸੀਂ ਇਹਨੂੰ 3 ਹਿੱਸਿਆਂ ਦੇ ਵਿੱਚ ਵੰਡਦੇ ਹਾਂ। ਪਹਿਲਾ ਹੈ ਸਾਡਾ ਪ੍ਰੀ ਹਿਸਟਰੀ, फिर है साडा प्रोटो हिस्ट्री एंड देन है साडा हिस्ट्री। ठीक है जी, प्री हिस्ट्री का जिहड़ा समा है वो की है 25 लाख साल तो लैके ये साडा 3000 BC तक का समय है। ठीक है जी, तो आ जिहड़ा प्रोटो हिस्ट्री है ये साडी 3000 तो लैके ये 1900 BC तक का समय है। तो ये साडा 1900 तो लैके लगभग नाउ ऑनवर्ड्स ये साडा की है हिस्टरी का समय। सारा कुछ असीं उहनूं प्राचीन हिस्टरी मॉडर्न हिस्टरी सारी असीं ਇਹਦੇ ਵਿੱਚ ਪੜਾਂਗੇ। ठीक है जी, ਹੁਣ ਪ੍ਰੀ ਹਿਸਟਰੀ ਦਾ ਉਹ ਹਿੱਸਾ ਹੈ ਜਿਹਦੇ ਵਿੱਚ ਸਾਨੂੰ ਕੀ ਹੈ ਇਹਦਾ ਕੋਈ ਵੀ ਰਿਟਨ ਦੇ ਡਾਕੂਮੈਂਟ ਨਹੀਂ ਹੈਗੇ, ਕੋਈ ਵੀ ਰਿਟਨ ਸਾਡੇ ਕੋਲ ਜਾਣਕਾਰੀ ਨਹੀਂ ਹੈ। ਇਹਦੇ ਵਿੱਚ ਅਸੀਂ ਉਹਨਾਂ ਗੱਲਾਂ ਨੂੰ ਪੜਾਂਗੇ ਜਿਹਦੇ ਵਿੱਚ ਸਾਡੇ ਕੋਲ ਰਿਟਨ ਤਾਂ ਹੈਗੀ ਆ ਪਰ ਅਸੀਂ ਉਹਨੂੰ ਕੀ ਹੈ ਪੜ ਨਹੀਂ ਸਕੇ ਅੱਜ ਤੱਕ ਵੀ। ਕੋਈ ਵੀ ਜੋ ਵੀ ਸਾਨੂੰ ਰਿਟਨ ਡਾਕੂਮੈਂਟਰੀ ਮਿਲੀ ਹੈ ਉਹਨੂੰ ਅਸੀਂ ਅੱਜ ਤੱਕ ਡਿਕੋਡ ਨਹੀਂ ਕਰ ਸਕੇ। ਤੇ ਉਹ ਹਿਸਟਰੀ ਦਾ ਹਿੱਸਾ ਹੈ ਜਿਹਦੇ ਵਿੱਚ ਸਾਡੇ ਕੋਲ ਲਿਖਿਤ ਡਾਕੂਮੈਂਟ ਵੀ ਹੈ ਤੇ ਅਸੀਂ ਉਹਨਾਂ ਨੂੰ ਪੜ ਵੀ ਸਕੇ ਹਾਂ। ਠੀਕ ਹੈ ਜੀ, ਤਾਂ ਉਹਨਾਂ ਗੱਲਾਂ ਦੇ ਬਾਰੇ ਚ ਅਸੀਂ ਚਰਚਾ ਕਰਾਂਗੇ। ਤਾਂ ਜਿਹੜੇ ਫਾਦਰ ਨੇ ਪ੍ਰੀ ਹਿਸਟਰੀ ਦਾ ਜਿਹੜਾ ਫਾਦਰ ਹੈ ਉਹ ਕਿਹਨੂੰ ਕਿਹਾ ਜਾਂਦਾ ਹੈ? ਫਾਦਰ ਆਫ ਪ੍ਰੀ ਹਿਸਟਰੀ ਦੈਟ ਇਜ਼ ਜੌਨ ਬਰੂਸ ਨੂੰ। ਕਿਹਨੂੰ ਕਿਹਾ ਜਾਂਦਾ ਹੈ? ਜੌਨ ਬਰੂਸ ਨੂੰ। ਠੀਕ ਹੈ ਜੀ, ਤਾਂ ਹੁਣ ਅੱਗੇ ਆਪਾਂ ਦੇਖ ਲੈਂਦੇ ਹਾਂ ਪ੍ਰੀ ਹਿਸਟਰੀ ਦੇ ਬਾਰੇ ਚ। ਪ੍ਰੀ ਹਿਸਟਰੀ, ਠੀਕ ਹੈ, ਪ੍ਰੀ ਹਿਸਟਰੀ ਦਾ ਸਮਾਂ ਸਾਨੂੰ ਪਤਾ ਲੱਗ ਗਿਆ 25 ਲੱਖ ਲੈ ਲਓ ਚਾਹੇ ਪਿੱਛੇ ਜਿੰਨੇ ਵੀ ਮਰਜ਼ੀ ਸਾਲ ਲੈ ਲਓ ਜਦੋਂ ਤੋਂ ਸਾਨੂੰ ਮਾਨਵ ਮਿਲਿਆ। ਠੀਕ ਹੈ, ਤਾਂ 25 ਲੱਖ ਤੋਂ ਲੈ ਕੇ ਇਹ ਕਿੰਨਾ ਹੈ 3000 BC ਤੱਕ ਦਾ ਇਹ ਸਮਾਂ। ਇਹ ਸਮੇਂ ਜਿਹੜੀ ਹੈ ਇਹ ਐਸਟੀਮੇਟਡ ਨੇ, ਥੋੜਾ ਬਹੁਤ ਅੱਗੇ ਪਿੱਛੇ ਹੋ ਜਾਂਦੇ ਨੇ, ਪੇਪਰ ਦੇ ਵਿੱਚ ਇਹਨੂੰ ਐਡਜਸਟ ਕਰਨਾ ਤੁਹਾਡਾ ਫਰਜ਼ ਬਣਦਾ ਹੈ। ਠੀਕ ਹੈ, ਤਾਂ ਫਾਦਰ ਆਫ ਪ੍ਰੀ ਹਿਸਟਰੀ ਕੌਣ ਹੈ? ਜੌਨ ਬਰੂਸ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ, ਹੁਣ ਇਹਨੂੰ ਅਸੀਂ ਫਿਰ ਤੋਂ 2 ਹਿੱਸਿਆਂ ਦੇ ਵਿੱਚ ਵੰਡਦੇ ਹਾਂ। ਉਹ 2 ਹਿੱਸੇ ਕਿਹੜੇ ਨੇ? ਪਹਿਲਾ ਹੈ ਸਾਡਾ ਸਟੋਨ ਏਜ ਤੇ ਦੂਸਰਾ ਹੈ ਸਾਡਾ ਮੈਟਲ ਏਜ। ਠੀਕ ਹੈ ਜੀ, ਹੁਣ ਸਟੋਨ ਏਜ ਨੂੰ ਫਿਰ ਤੋਂ 3 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਇੱਕ ਹੈ ਸਾਡਾ ਪੈਲਿਓਲਿਥਿਕ, ਪੈਲਿਓ ਦਾ ਮਤਲਬ ਪੁਰਾਣਾ, ਲਿਥਿਕ ਦਾ ਮਤਲਬ ਪੱਥਰ। ਠੀਕ ਹੈ, ਫਿਰ ਹੈ ਸਾਡਾ ਮੀਜ਼ੋਲਿਥਿਕ ਤੇ ਫਿਰ ਹੈ ਸਾਡਾ ਨੀਓਲਿਥਿਕ, ਨੀਓ ਮਤਲਬ ਬਿਲਕੁਲ ਨया। ਠੀਕ ਹੈ ਜੀ, ਪੈਲਿਓਲਿਥਿਕ ਹੈ ਜਿਹੜਾ ਇਹਦਾ ਜਿਹੜਾ ਸਮਾਂ ਹੈ ਉਹ ਕਿੰਨਾ ਹੈ 25 ਲੱਖ ਸਾਲ ਤੋਂ ਲੈ ਕੇ ਇਹ ਸਾਡੇ ਕੋਲ ਚੱਲਦਾ ਹੈ 10000 BC ਤੱਕ। ਠੀਕ ਹੈ ਜੀ, ਤੇ ਜੇ ਮੀਜ਼ੋਲਿਥਿਕ ਹੈ ਇਹ ਸਾਡੇ ਕੋਲ 10000 ਤੋਂ ਲੈ ਕੇ 6000 BC ਦਾ ਸਮਾਂ ਹੈ। ਠੀਕ ਹੈ, BC ਦਾ ਮਤਲਬ ਬਿਫੋਰ ਕ੍ਰਾਈਸਿਸ, ਯਾਨੀ ਕਿ ਜੀਸਸ ਕ੍ਰਾਈਸਿਸ ਦੇ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਨੇ ਇਹ। ਠੀਕ ਹੈ, ਤੇ ਉਸ ਤੋਂ ਬਾਅਦ ਹੈ ਸਾਡਾ 6000 ਤੋਂ ਲੈ ਕੇ 4000 BC ਤੱਕ ਨੀਓਲਿਥਿਕ। ਠੀਕ ਹੈ, ਮੈਟਲ ਏਜ ਦੇ ਵਿੱਚ ਸਾਡੇ ਕੋਲ ਇੱਕੋ ਹੀ ਆਉਂਦਾ ਹੈ, ਕਿਹੜਾ ਹੈ ਉਹ? ਕਾਪਰ ਏਜ। ਠੀਕ ਹੈ, ਇਹਨੂੰ ਕਾਪਰ ਸਟੋਨ ਏਜ ਵੀ ਕਿਹਾ ਜਾਂਦਾ ਹੈ। ਇਹਦਾ ਜਿਹੜਾ ਸਮਾਂ ਹੈ ਉਹ ਕਿੰਨਾ ਹੈ 4000 ਤੋਂ ਲੈ ਕੇ 1900 BC ਤੱਕ ਦਾ ਇਹ ਸਾਡਾ ਕੀ ਹੈ ਸਮਾਂ ਹੈ ਸਾਰਾ ਦਾ ਸਾਰਾ। ਠੀਕ ਹੈ ਜੀ, 4000 ਤੋਂ ਲੈ ਕੇ 3000 ਤੱਕ ਦੇ ਆਸ-ਪਾਸ ਦਾ। ਠੀਕ ਹੈ, 3000 ਦੇ ਆਸ-ਪਾਸ ਦਾ। ਠੀਕ ਹੈ, ਹੁਣ ਜਿਹੜਾ ਫਾਦਰ ਆਫ ਪੈਲਿਓਲਿਥਿਕ ਹੈ, ਫਾਦਰ ਆਫ ਪੈਲਿਓਲਿਥਿਕ ਕਿਹਨੂੰ ਕਿਹਾ ਜਾਂਦਾ ਹੈ? ਰੋਬਰਟ ਲੂਬਿਕ ਨੂੰ। ਠੀਕ ਹੈ, ਰੋਬਰਟ ਲੂਬਿਕ ਕੌਣ ਹੈ? ਫਾਦਰ ਹੈ। ਕਿਹਦਾ ਫਾਦਰ ਹੈ? ਪੈਲਿਓਲਿਥਿਕ ਦਾ। ਠੀਕ ਹੈ, ਤਾਂ ਪੈਲਿਓਲਿਥਿਕ ਦਾ ਫਾਦਰ ਕਿਹਨੂੰ ਕਿਹਾ ਜਾਂਦਾ ਹੈ? ਰੋਬਰਟ ਲੂਬਿਕ ਨੂੰ। ਠੀਕ ਹੈ, ਤੇ ਇੰਡੀਅਨ ਪ੍ਰੀ ਹਿਸਟਰੀ, ਤੇ ਇੰਡੀਅਨ ਜਿੱਥੇ ਇੰਡੀਅਨ ਵਰਡ ਲੱਗ ਗਿਆ, ਇੰਡੀਅਨ ਪ੍ਰੀ ਹਿਸਟਰੀ ਦਾ ਜਿਹੜਾ ਫਾਦਰ ਹੈ ਉਹ ਕਿਹਨੂੰ ਕਿਹਾ ਜਾਂਦਾ ਹੈ? ਉਹ ਕਿਹਾ ਜਾਂਦਾ ਹੈ ਰੋਬਰਟ ਬਰੂਸ ਫੁੱਟ। ਠੀਕ ਹੈ, ਤਾਂ ਇਹ ਗੱਲਾਂ ਨੇ ਜਿਹੜੀਆਂ ਯਾਦ ਰੱਖਣੀਆਂ ਨੇ ਸਾਰੀਆਂ ਕਿਹਦੇ ਬਾਰੇ ਚ ਨੇ? ਇਹ ਪੈਲਿਓਲਿਥਿਕ ਦੇ ਬਾਰੇ ਚ, ਯਾਨੀ ਕਿ ਪ੍ਰੀ ਹਿਸਟਰੀ ਦਾ ਇਹ ਹਿੱਸੇ ਨੇ 2 ਸਟੋਨ ਏਜ ਤੇ ਮੈਟਲ ਏਜ। ਸਟੋਨ ਏਜ ਅੱਗੇ ਫਿਰ 3 ਹਿੱਸਿਆਂ ਦੇ ਵਿੱਚ ਪੈਲਿਓਲਿਥਿਕ, ਮੀਜ਼ੋਲਿਥਿਕ, ਨੀਓਲਿਥਿਕ, ਤੇ ਮੈਟਲ ਦੇ ਵਿੱਚ ਸਾਨੂੰ ਕਾਪਰ ਦੇ ਵਿੱਚ ਯਾਦ ਰੱਖਣਾ ਹੈ ਇਹਨੂੰ ਕੀ ਹੈ? ਆਯਾਸ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਇਹ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ। ਠੀਕ ਹੈ,
ਚਲੋ ਅੱਜ ਦੇ ਲਈ ਇੰਨਾ ਹੀ ਰੱਖਦੇ ਹਾਂ, ਫਿਰ ਆਪਾਂ ਪੜਾਂਗੇ ਅਗਲੀ ਵੀਡੀਓ ਦੇ ਵਿੱਚ ਪੈਲਿਓਲਿਥਿਕ ਦੇ ਬਾਰੇ 'ਚ।